ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਇੱਕ ਸਿੱਖ ਦੀ ਅੱਖਾਂ ਦੀ ਰੋਸ਼ਨੀ ਦਿਨ ਪ੍ਰਤੀ ਦਿਨ ਘਟਦੀ ਗਈ। ਡਾਕਟਰ ਕੋਲ ਗਿਆ, ਟੈਸਟ ਕਰਵਾਇਆ, ਪਤਾ ਲੱਗਾ ਕਿ ਅੱਖਾਂ ਤੋਂ ਪਿੱਛੋਂ ਜੋ ਰੋਸ਼ਨੀ ਹੈ ਭਾਵ ਜੋਤੀ ਚਲੀ ਗਈ। ਇਸ ਦਾ ਕਿਸੇ ਡਾਕਟਰ ਕੋਲ ਕੋਈ ਇਲਾਜ ਨਹੀਂ ਸੀ ਤਾਂ ਗੁਰੂ ਘਰ ਰੋਜ਼ ਜਾਂਦੇ ਸੀ ਤਾਂ ਉੱਥੇ ਭਾਈ ਸਾਹਿਬ ਜੀ ਕਥਾ ਕਰ ਰਹੇ ਸੀ ਕਿ ਗੋਬਿੰਦਗੜ੍ਹ ਮੰਡੀ ਖੰਨੇ ਦੇ ਲਾਗੇ ਉੱਥੇ 6ਵੇਂ ਪਾਤਸ਼ਾਹ ਉਸ ਸਥਾਨ 'ਤੇ ਆਏ ਨੇ ਅਤੇ 40 ਦਿਨ ਉੱਥੇ ਰਹੇ। ਉੱਥੇ ਪਾਤਸ਼ਾਹ ਦੇ ਘੋੜੇ ਦੀ ਰਕਾਬ ਡਿੱਗ ਪਈ ਸੀ। ਪਾਤਸ਼ਾਹ ਕਿਹਾ ਸੀ ਵੀ ਇੱਥੇ ਬਹੁਤ ਵੱਡੀ ਲੋਹੇ ਦੀ ਮੰਡੀ ਬਣੇਗੀ। ਉੱਥੇ ਜਾਨਕੀ ਦਾਸ ਜੀ ਉਹ ਲੋਹੇ ਦਾ ਕੰਮ ਕਰਿਆ ਕਰਦੇ ਸੀ। ਉਹ ਬਹੁਤ ਸੋਹਣੇ ਸ਼ਸਤਰ ਬਣਾਇਆ ਕਰਦੇ ਸੀ, ਜਿਵੇਂ ਤੀਰ ਅਤੇ ਢਾਲ, ਐਵੇਂ ਦੇ ਸ਼ਸਤਰ ਬਣਾ ਕੇ ਅਤੇ ਉਹਨਾਂ ਗੁਰੂ ਜੀ ਨੂੰ ਭੇਟ ਕੀਤੀ। ਪਾਤਸ਼ਾਹ ਜੀ ਕਿਹਾ, ਤੁਸੀਂ ਸ਼ਸਤਰ ਬਹੁਤ ਸੋਹਣੇ ਬਣਾਏ ਨੇ, ਦੱਸੋ ਕੀ ਮੰਗਦੇ ਹੋ। ਉਹ ਜਾਨਕੀ ਜੀ ਨੇ ਕਿਹਾ, ਪਾਤਸ਼ਾਹ ਮੇਰੀ ਮਾਂ ਦੀ ਅੱਖਾਂ ਦੀ ਰੋਸ਼ਨੀ ਹੈ ਨਾ, ਉਹ ਨਹੀਂ ਹੈਗੀ, ਉਹ ਦੇਖ ਨਹੀਂ ਸਕਦੀ, ਇਹਨਾਂ ਨੂੰ ਦਿਖਣ ਲਾ ਦਿਓ, ਇੰਨੀ ਕਿਰਪਾ ਕਰ ਦਿਓ ਮੇਰੇ 'ਤੇ, ਤੁਸੀਂ ਬਸ ਇੰਨੀ ਕੁ ਮਿਹਰ ਕਰ ਦਿਓ। ਪਾਤਸ਼ਾਹ ਕਿਹਾ ਵੀ ਕੱਲ੍ਹ ਨੂੰ ਪੁੰਨ ਹੈ, ਉਹ ਜੋ ਸਾਹਮਣੇ ਛੱਪੜ ਹੈ ਨਾ, ਇੱਥੇ ਕੱਲ੍ਹ ਅਸੀਂ ਇਸ਼ਨਾਨ ਕਰਾਂਗੇ ਅਤੇ ਜਦੋਂ ਅਸੀਂ ਇਸ਼ਨਾਨ ਕਰ ਚਲੇ ਗਏ ਆਪਣੀ ਮਾਤਾ ਨੂੰ ਕੇਸੀ ਇਸ਼ਨਾਨ ਇੱਥੇ ਕਰਵਾਇਓ, ਇੱਥੇ ਟੁੱਬਾ ਲਵਾਇਓ ਅਤੇ ਨਾਲ ਸਤਨਾਮ ਵਾਹਿਗੁਰੂ ਨਾਲ ਉਹ ਜਪਣ ਅਤੇ ਇਸ ਸਰੋਵਰ ਵਿੱਚ ਉਹਨਾਂ ਦੇ ਇਸ਼ਨਾਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਆ ਜਾਵੇਗੀ। ਸਵੇਰ ਹੋਈ, ਉਵੇਂ ਮਾਤਾ ਜੀ ਆਏ, ਇਸ਼ਨਾਨ ਕੀਤਾ ਅਤੇ ਬਾਹਰ ਆ ਗਏ। ਜਦੋਂ ਬਾਹਰ ਆਏ ਅਤੇ ਉਹਨਾਂ ਨੂੰ ਸਾਰਾ ਕੁਝ ਧੁੰਦਲਾ ਧੁੰਦਲਾ ਦਿਖਣ ਲੱਗਾ। ਉਹ ਫਿਰ ਜਾ ਕੇ ਵਿੱਚ ਇਸ਼ਨਾਨ ਕਰਨ ਲੱਗੇ। ਜਦੋਂ ਬਾਹਰ ਆਏ ਤਾਂ ਉਹਨਾਂ ਕਿਹਾ ਕਿ ਮੈਨੂੰ ਹੁਣ ਸਾਫ਼ ਦਿਖਣ ਦਿਆ। ਅਤੇ ਪਾਤਸ਼ਾਹ ਜੀ ਨੇ, ਵਾਹਿਗੁਰੂ ਜੀ ਨੇ ਅੱਖਾਂ ਦੀ ਨਿਗਾਹ ਦਿੱਤੀ ਹੈ। ਗੱਲ ਵਿਸ਼ਵਾਸ ਅਤੇ ਸ਼ਰਧਾ ਭਾਵਨਾ ਦੀ ਹੈ। ਬਰਨਾਲੇ ਦੇ ਕੋਲ ਹੰਡਿਆਈ ਵਾਲਾ ਪਿੰਡ ਹੈ। ਉੱਥੇ ਜਦੋਂ ਗੁਰੂ ਤੇਗ ਬਹਾਦਰ ਜੀ ਗਏ, ਉੱਥੇ ਸਭ ਪਾਸੇ ਬੁਖਾਰ ਹੀ ਬੁਖਾਰ ਸੀ, ਤਰਾਸ ਹੋ ਰਹੀ ਸੀ। ਸਿਵਿਆਂ ਦੇ ਵਿੱਚ ਵੀ ਲੰਬੀਆਂ ਕਤਾਰਾਂ ਲੱਗੀਆਂ ਪਈਆਂ ਸੀ। ਪਾਤਸ਼ਾਹ ਨੇ ਇੱਕ ਨੂੰ ਪੁੱਛਿਆ, ਕੀ ਹੋਇਆ? ਤਾਂ ਦੱਸਿਆ ਵੀ ਇੱਥੇ ਹਰ ਪਾਸੇ ਬੁਖਾਰ ਨੇ ਸਭ ਨੂੰ ਆਪਣੀ ਚਪੇਟ ਵਿੱਚ ਲਿਆ। ਸਾਹਮਣੇ ਪਾਣੀ ਸੀ। ਪਾਤਸ਼ਾਹ ਕਹਿੰਦੇ ਉਹ ਸਾਹਮਣੇ ਜਾ ਕੇ ਉੱਥੇ ਇਸ਼ਨਾਨ ਕਰ ਲਵੋ। ਤਾਂ ਅੱਗੋਂ ਮਨੁੱਖ ਕਹਿੰਦਾ, ਉੱਥੇ ਤਾਂ ਲੋਕ ਕੱਪੜੇ ਧੋਂਦੇ ਨੇ, ਕੋਈ ਕੁਝ ਧੋਂਦਾ, ਮੈਂ ਨਹੀਂ ਵੜਦਾ ਉੱਥੇ। ਜਦੋਂ ਦਿਮਾਗ ਘੋੜੇ ਵਾਂਗ ਹਰ ਸਮੇਂ ਭੱਜਦਾ, ਫਿਰ ਬਚਨ ਆਪਾਂ ਕਮਾਉਂਦੇ ਨਹੀਂ, ਆਪਾਂ ਕਿਸੇ ਦੀ ਵੀ ਗੱਲ ਨਹੀਂ ਸੁਣਦੇ। ਤਾਂ ਪਾਤਸ਼ਾਹ ਆਪ ਫਿਰ ਵਸਤਰ ਲਾ ਕੇ ਉੱਥੇ ਟੁੱਬਾ ਲਾਇਆ, ਕਿਹਾ ਚੱਲ ਹੁਣ ਜਾ ਕੇ ਇਸ਼ਨਾਨ ਕਰਕੇ ਆ। ਉਹ ਜਾਂਦਾ, ਜਦੋਂ ਇਸ਼ਨਾਨ ਕਰਕੇ ਵਾਪਸ ਆਉਂਦਾ ਅਤੇ ਉਸ ਦਾ ਬੁਖਾਰ ਉਤਰ ਜਾਂਦਾ। ਉਹ 9 ਹੋ ਕੇ ਬਾਹਰ ਨਿਕਲਦਾ। ਉਹ ਜਾ ਕੇ ਸਾਰੇ ਪਿੰਡ ਵਿੱਚ ਰੌਲਾ ਪਾਉਂਦਾ ਕਿ ਮੈਂ ਇੱਥੇ ਜਾ ਕੇ ਇਸ਼ਨਾਨ ਕੀਤਾ ਅਤੇ ਮੇਰਾ ਬੁਖਾਰ ਠੀਕ ਹੋ ਗਿਆ। ਸਾਰਾ ਪਿੰਡ, ਸਾਰਾ ਇਲਾਕਾ ਇਕੱਠਾ ਹੋ ਕੇ ਉੱਥੇ ਇਸ਼ਨਾਨ ਕੀਤਾ। ਬੁਖਾਰ ਨਾਲ ਤਪ ਰਹੇ ਸਨ, ਗਏ ਅਤੇ ਠੰਡੇ ਠਾਰ ਹੋ ਕੇ ਉੱਥੋਂ ਵਾਪਸ ਆ ਗਏ। ਉੱਥੇ ਸਭ ਨੂੰ ਆਰਾਮ ਆਇਆ। ਉਹੀ ਚੀਜ਼ ਦਿਖਾਈਏ, ਕਾਗੋ ਹੰਸ ਕਰੇ ਅਤੇ ਹਰਿਮੰਦਰ ਸਾਹਿਬ ਚਲੇ ਜਾਓ, ਉੱਥੇ ਸਭ ਦੁੱਖ ਦਰਦ ਦੂਰ ਹੋ ਜਾਣਗੇ। ਗੱਲ ਭਾਈ ਸਿਰ 'ਤੇ ਸਿਰ ਵਿਸ਼ਵਾਸ ਅਤੇ ਭਾਵਨਾ ਦੀ ਹੈ। ਇਸ਼ਨਾਨ ਕਰਦੇ ਸਮੇਂ ਰੋਜ਼ ਜਦੋਂ ਆਪਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ ਤਾਂ ਵਾਹਿਗੁਰੂ ਸਤਨਾਮ ਦਾ ਜਾਪ ਕਰੀ ਜਾਓ। ਉਹ ਇਸ਼ਨਾਨ ਹੀ ਤੁਹਾਨੂੰ ਤਾਰ ਦੇਵੇਗਾ। ਮਨੁੱਖ ਸ਼ਰਧਾ ਭਾਵਨਾ ਨਹੀਂ ਰੱਖਦਾ ਅੱਜ, ਤਾਂ ਹੀ ਫਿਰ ਖਾਲੀ ਰਹਿ ਜਾਂਦਾ। ਜਿਸ ਕੋਲ ਵਿਸ਼ਵਾਸ ਦੀ ਤਾਕਤ ਹੈ ਉਹ ਸਭ ਕੁਝ ਪ੍ਰਾਪਤ ਕਰ ਲੈਂਦਾ। ਬੜੀ ਕਮਾਈ ਵਾਲੇ ਸੰਤ ਹੋਏ ਨੇ ਸੰਤ ਸੁੰਦਰ ਸਿੰਘ ਜੀ। ਇਹਨਾਂ ਦੀ ਥਾਂ 'ਤੇ 2 ਲੰਗਰ ਚੱਲਦੇ ਸੀ, ਇੱਕ ਸੰਗਤ ਲਈ ਅਤੇ ਦੂਸਰਾ ਜਾਨਵਰਾਂ ਲਈ। ਜਿੰਨੇ ਵੀ ਬਾਹਰ ਜਾਨਵਰ ਬਿਮਾਰ ਲੱਗਦੇ ਸੀ ਉਹ ਆਪਣੇ ਕੋਲ ਲੈ ਆਉਂਦੇ ਸੀ ਅਤੇ ਉਹਨਾਂ ਲਈ ਡਾਕਟਰ ਵੀ ਰੱਖਿਆ ਸੀ ਉਹਨਾਂ ਦੇ ਇਲਾਜ ਲਈ, ਅਤੇ ਖੁਦ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਂਦੇ ਸੀ। ਇੱਕ ਦਿਨ ਡਾਕਟਰ ਕੁੱਤੇ ਦਾ ਇਲਾਜ ਕਰਦੇ ਪਏ ਅਤੇ ਉਹ ਆਪ ਪ੍ਰਸ਼ਾਦਾ ਦੇ ਰਹੇ ਸਨ ਅਤੇ ਕੁੱਤਾ ਉਸ ਦੀ ਰੀੜ੍ਹ ਦੀ ਹੱਡੀ ਟੁੱਟੀ ਪਈ ਸੀ, ਰੀਸ ਕੇ ਚੱਲਦਾ ਪਿਆ ਸੀ। ਡਾਕਟਰ ਨੇ ਕਿਹਾ, ਸੰਤ ਜੀ ਇਹ ਜੋ ਕੁੱਤਾ ਹੈ ਨਾ, ਇਸ ਦੀ ਰੀੜ੍ਹ ਦੀ ਹੱਡੀ ਟੁੱਟੀ ਪਈ ਹੈ, ਸਾਰਾ ਦਿਨ ਭੌਂਕਦਾ ਰਹਿੰਦਾ, ਇਹਨੂੰ ਪ੍ਰਸ਼ਾਦਾ ਪਾਈਦਾ, ਦੂਜੇ ਖੋ ਕੇ ਭੱਜ ਜਾਂਦੇ ਨੇ ਅਤੇ ਇਹ ਆਪ ਖਾ ਵੀ ਨਹੀਂ ਸਕਦਾ, ਇਹ ਤੇ ਚੱਲ ਵੀ ਨਹੀਂ ਸਕਦਾ, ਕਿ ਆਪਾਂ ਇਹਨੂੰ ਜ਼ਹਿਰ ਦਾ ਟੀਕਾ ਲਾ ਦਈਏ, ਇਹਦੀ ਮੁਕਤੀ ਹੋ ਜਾਵੇਗੀ। ਇਹ ਵਿਚਾਰਾ ਐਵੇਂ ਜੀ ਰਿਹਾ, ਤੜਫਦਾ ਪਿਆ। ਸੰਤ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਨਹੀਂ, ਆਪਾਂ ਨੂੰ ਇਹ ਹੁਕਮ ਨਹੀਂ, ਮੇਰਾ ਦਿਲ ਤੜਫਦਾ ਇਸ ਨੂੰ ਵੇਖ ਕੇ, ਪਰ ਹੁਕਮ ਨਹੀਂ ਹੈ, ਬੜੀ ਸਖਤਾਈ ਦਾ ਹੁਕਮ ਹੈ, ਮੇਰੇ 'ਤੇ ਇਸ ਨਾਲ ਐਵੇਂ ਨਹੀਂ ਕਰ ਸਕਦਾ। ਤਰਸ ਮੈਨੂੰ ਵੀ ਆਉਂਦਾ, ਪਰ ਮੈਨੂੰ ਸਖਤਾਈ ਹੈ
ਕਿ ਇਸ ਉੱਤੇ ਦਇਆ ਨਹੀਂ ਕਰਨੀ, ਇਹਨੂੰ ਇਸ ਦੀ ਸਜ਼ਾ ਭੁਗਤਣ ਦਿਓ। ਡਾਕਟਰ ਨੇ ਕਿਹਾ, ਸੰਤ ਜੀ ਇਹਨੇ ਐਵੇਂ ਦਾ ਕੀ ਗੁਨਾਹ ਕੀਤਾ? ਐਵੇਂ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਜੀ ਨੂੰ ਆਪਣੇ ਨਾਲ ਲੈ ਕੇ ਚੱਲਣ ਲੱਗੇ ਤਾਂ ਭਾਈ ਮਰਦਾਨੇ ਜੀ ਤੋਂ 3 ਬਚਨ ਲਏ ਸੀ। ਕਿਹਾ, ਜੇ ਕਰੇਗਾ ਤਾਂ ਜੇ ਤੂੰ ਇਹ 3 ਬਚਨ ਮੰਨੇਗਾ ਨਾ ਤਾਂ ਹੀ ਮੇਰੇ ਨਾਲ ਚੱਲੇਗਾ, ਨਹੀਂ ਤੇ ਰਹਿਣ ਦੇ। ਪਹਿਲਾ ਬਚਨ ਸੀ, ਤੂੰ ਅੰਮ੍ਰਿਤ ਵੇਲੇ ਉੱਠੇਗਾ ਹੀ ਉੱਠੇਗਾ, ਤੂੰ ਸੋਣਾ ਨਹੀਂ। ਉਸ ਸਮੇਂ ਤਾਂ ਨਾਲ ਰੱਖਿਆ ਸੀ, ਜੋ ਅੰਮ੍ਰਿਤ ਵੇਲੇ ਉੱਠੇਗਾ ਗੁਰੂ ਨਾਨਕ ਦੇਵ ਜੀ ਉਹਨੂੰ ਆਪਣੇ ਨਾਲ ਰੱਖਣਗੇ। ਦੂਜਾ ਬਚਨ, ਤੂੰ ਕਦੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ। ਤੀਸਰਾ ਬਚਨ, ਤੂੰ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ, ਉਹ ਆਮ ਹੈ, ਖਾਸ ਹੈ, ਸੰਤ ਹੈ, ਸੰਤ ਨਹੀਂ ਹੈ, ਤੂੰ ਤਾਂ ਵੀ ਉਹਦੀ ਨਿੰਦਾ ਨਹੀਂ ਕਰਨੀ। 3 ਬਚਨ ਕਮਾਉਣੇ ਹੀ ਕਮਾਉਣੇ ਨੇ। ਜੇ ਗਲਤੀ ਨਾਲ ਤੇਰੇ ਤੋਂ ਕਿਸੇ ਦੀ ਨਿੰਦਾ ਹੋ ਜਾਵੇ, ਪਰ ਕਿਸੇ ਸੰਤ ਮਹਾਂਪੁਰਖ ਦੀ ਤੂੰ ਭੁੱਲ ਕੇ ਵੀ ਸੁਪਨੇ ਵਿੱਚ ਵੀ ਤੂੰ ਨਿੰਦਾ ਨਹੀਂ ਕਰਨੀ। ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ, ਜੋ ਸੰਤਾਂ ਦੀ ਨਿੰਦਾ ਕਰਦਾ ਉਹਨਾਂ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਜ਼ਹਿਰ ਖਾਈ ਜਾ ਰਹੇ ਨੇ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ 13 ਅਸ਼ਟਪਦੀਆਂ ਪੂਰੀ ਦੀ ਪੂਰੀ ਨਿੰਦਾ ਉੱਤੇ ਲਿਖੀ ਹੈ। ਉਸ ਵਿੱਚ ਦੱਸਿਆ ਹੈ ਸੰਤ ਕੀ ਨਿੰਦਾ ਕਰਨ ਵਾਲੇ ਦਾ ਕੀ ਹਾਲ ਹੁੰਦਾ। ਸੰਤ ਸੁੰਦਰ ਸਿੰਘ ਜੀ ਕਹਿੰਦੇ ਨੇ, ਇਹ ਪੜ੍ਹਿਆ ਲਿਖਿਆ ਸੀ, ਗਿਆਨੀ ਸੀ, ਪਰ ਇੱਕ ਹੀ ਕੰਮ ਕਰਦਾ ਸੀ, ਜਿੱਥੇ ਜਾਂਦਾ ਸੀ ਸੰਤਾਂ ਦੀ ਨਿੰਦਿਆ ਕਰਦਾ ਸੀ। ਕਦੇ ਐਸਾ ਨਹੀਂ ਹੋਇਆ ਕਿ ਇਹ ਬਿਨਾਂ ਨਿੰਦਾ ਕੀਤੇ ਕਿਸੇ ਸੰਤ ਜੀ ਦੇ ਵਾਪਸ ਆ ਜਾਵੇ। ਇਹਨੂੰ ਲੋਕਾਂ ਨੇ ਬੜਾ ਸਮਝਾਇਆ, ਪਰ ਕਿਸੇ ਦੀ ਨਹੀਂ ਸੀ ਸੁਣਦਾ। ਉਸ ਦੀ ਸਜ਼ਾ ਮਿਲੀ ਤੇ ਇੱਕ ਕੁੱਕਰ ਦਾ ਜਨਮ ਮਿਲਿਆ। ਉਸ ਦੇ ਬਾਵਜੂਦ ਵੀ ਇੰਨੀ ਬੁਰੀ ਹਾਲਤ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਕਿ ਸੰਤਾਂ ਦੀ ਨਿੰਦਾ ਕਦੇ ਨਾ ਕਰੋ। ਕਦੇ ਵਿਚਾਰ ਕੀਤਾ ਹੈ, ਕਈ ਲੋਕ ਬਖਸ਼ੇ ਨਹੀਂ ਜਾਂਦੇ। ਪਤਾ ਕੌਣ ਨਹੀਂ ਬਖਸ਼ੇ ਜਾਂਦੇ? ਉਹ ਹਨ ਹੰਕਾਰੀ। ਉਸ ਦੀ ਇੱਕ ਵਜ੍ਹਾ ਸਾਰੇ ਬਖਸ਼ੇ ਜਾਂਦੇ ਨੇ, ਪਰ ਜੋ ਦੂਜਿਆਂ ਦੀ ਪਿੱਠ ਪਿੱਛੇ ਬੈਠ ਕੇ ਬੁਰਾਈ ਕਰਦਾ ਉਹ ਕਦੇ ਵੀ ਬਖਸ਼ਿਆ ਨਹੀਂ ਜਾਂਦਾ। ਤੇ ਕਿਸੇ ਨੇ ਕਿਹਾ ਹੈ, ਸੰਤ ਜੀ ਤੁਸੀਂ ਗਲਤ ਕਹਿ ਰਹੇ ਹੋ, ਕੱਲ ਤੁਸੀਂ ਕਿਹਾ ਸੀ ਖੁਦਾ ਦੇ ਅੱਗੇ ਕੋਈ ਅੱਗੇ ਮਾफ़ੀ ਮੰਗੇ ਨਾ ਤਾਂ ਮਿਲਦੀ ਹੈ, ਉਸ ਦਾ ਕੰਮ ਹੈ ਬਖਸ਼ਣਾ। ਅੱਜ ਕਹਿੰਦੇ ਹੋ ਉਹ ਬਖਸ਼ਦਾ ਨਹੀਂ। ਸੰਤ ਜੀ ਨੇ ਕਿਹਾ, ਦੋਵੇਂ ਗੱਲਾਂ ਹੀ ਸੰਤ ਜੀ ਨੇ ਧਿਆਨ ਨਾਲ ਸਮਝਾਈਆਂ। ਜੋ ਝੁਕੇਗਾ ਉਹਨੂੰ ਤਾਂ ਬਖਸ਼ਣਾ ਹੀ ਪਵੇਗਾ, ਪਰ ਜੋ ਨਿੰਦਕ ਹੁੰਦੇ ਨੇ, ਹੰਕਾਰੀ ਹੁੰਦੇ ਨੇ, ਉਹ ਝੁਕਦੇ ਹੀ ਨਹੀਂ। ਉਹ ਮਰਦੇ ਦਮ ਤੱਕ ਮਾफ़ੀ ਨਹੀਂ ਮੰਗਦੇ। ਜੋ ਮਾफ़ੀ ਮੰਗੇਗਾ ਹੀ ਨਹੀਂ ਉਹ ਕਿਵੇਂ ਬਖਸ਼ਿਆ ਜਾਵੇਗਾ? ਇਹ ਨਿੰਦਕ ਦੀ ਅਵਸਥਾ ਬਣ ਜਾਂਦੀ ਹੈ, ਉਹ ਹੰਕਾਰੀ ਬਣ ਜਾਂਦਾ। ਹੰਕਾਰ ਕਦੇ ਝੁਕਣ ਹੀ ਨਹੀਂ ਦਿੰਦਾ। ਇਨਸਾਨ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੋਣ ਦਿੰਦਾ ਕਿ ਤੂੰ ਗਲਤ ਹੈ, ਮੈਂ ਗਲਤ ਹਾਂ, ਇਸ ਲਈ ਉਹ ਬਖਸ਼ਿਆ ਹੀ ਨਹੀਂ ਜਾਂਦਾ। ਜੋ ਉਸ ਕੁੱਕਰ ਦੀ ਹਾਲਤ ਹੋਈ ਉਹਨੂੰ ਵੇਖ ਕੇ ਤਾਂ ਡਰ ਲੱਗਦਾ, ਸਾਡੀ ਨਾ ਹੋ ਜਾਵੇ। ਡਰ ਹੋਣਾ ਵੀ ਚਾਹੀਦਾ, ਕਿਉਂਕਿ ਨਿੰਦਿਆ ਕਰਨਾ ਤੇ ਸੁਣਨਾ ਇੱਕ ਬਰਾਬਰ ਹੀ ਹੈ। ਆਪਾਂ ਕਹਿੰਦੇ ਹਾਂ ਮੈਂ ਤੇ ਨਿੰਦਿਆ ਕਰਦਾ ਹੀ ਨਹੀਂ, ਪਰ ਕੋਈ ਆ ਕੇ ਸੁਣਾ ਦੇ, ਤੇ ਜਦੋਂ ਉਹ ਸੁਣਾ ਦੇ ਫਿਰ ਮੈਂ ਕੀ ਕਰਾਂ? ਜਦੋਂ ਵੀ ਵੇਖੋ ਨਾ ਵੀ ਕੋਈ ਨਿੰਦਿਆ ਕਰਨ ਵਾਲਾ ਆਉਂਦਾ, ਸਾਹਮਣੇ ਤੋਂ ਹੀ ਭੱਜ ਜਾਵੋ। ਗੁਰੂ ਜੀ ਅੱਗੇ ਹੱਥ ਜੋੜ ਅਰਦਾਸ ਕਰਿਆ ਕਰੋ, ਵਾਹਿਗੁਰੂ ਮੈਨੂੰ ਬਚਾ ਲਵੋ, ਇਸ ਸਭ ਤੋਂ ਬਚਾ ਲਓ। ਮੇਰਾ ਮਨ ਰੋਜ਼ ਇਹ ਹੁੰਦਾ ਹੈ ਕਿ ਮੈਂ ਨਿੰਦਿਆ ਨਹੀਂ ਕਰਨੀ, ਬਾਹਰ ਜਾ ਕੇ ਮੈਂ ਕਿਸੇ ਪਾਸੇ ਕਿਸੇ ਨਾਲ ਐਵੇਂ ਦੀ ਗੱਲ ਨਹੀਂ ਕਰਨੀ। ਹੇ ਮੇਰੇ ਮਨ, ਤੂੰ ਸਮਝਦਾ ਕਿਉਂ ਨਹੀਂ? ਇਹੀ ਅਰਦਾਸ ਕਰੋ, ਵਾਹਿਗੁਰੂ ਮਨ ਨੂੰ ਤੇ ਮੱਤ ਨੂੰ ਬਖਸ਼ੋ। ਆਪਾਂ ਸਭ ਨੇ ਦੇਖਿਆ ਹੋਵੇਗਾ, ਆਪਾਂ ਜਦੋਂ ਗੁਰਦੁਆਰੇ ਜਾ ਕੇ ਬੈਠਦੇ ਹਾਂ ਤਾਂ ਮਨ ਨੂੰ ਅੰਦਰੋਂ ਸ਼ਾਂਤੀ ਮਿਲਦੀ ਹੈ। ਕਿਉਂ ਮਿਲਦੀ ਹੈ? ਕਦੇ ਸੋਚਿਆ? ਉੱਥੇ ਨਾਮ ਹੀ ਬਸ ਵਾਹਿਗੁਰੂ ਦਾ ਹੁੰਦਾ, ਜਾਪ ਵੀ ਵਾਹਿਗੁਰੂ ਦਾ ਹੁੰਦਾ, ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ। ਕਦੇ ਵੇਖਿਆ ਹੋਵੇ ਵੀ ਕੋਈ ਪੂਰਨ ਸੰਤ ਜੀ ਬੈਠੇ ਹੋਣ, ਨਾਮ ਜਪਦੇ ਹੋਣ, ਤਾਂ ਉੱਥੇ ਅਲੱਗ ਹੀ ਸ਼ਾਂਤੀ ਹੁੰਦੀ ਹੈ। ਪਾਪੀ ਤੋਂ ਪਾਪੀ ਬੰਦਾ ਵੀ ਬੈਠ ਜਾਵੇ ਸੰਗਤ ਵਿੱਚ ਆ ਕੇ ਤੇ ਆਪੇ ਅੰਦਰੋਂ ਵਾਹਿਗੁਰੂ ਨਿਕਲਦਾ। ਗੁਰਬਾਣੀ ਵਿੱਚ ਕਿਹਾ, ਤੁਸੀਂ ਕਿੱਥੇ ਬੈਠਦੇ ਹੋ, ਕਿੱਥੇ ਖਾਂਦੇ ਹੋ, ਸਭ ਦਾ ਫਰਕ ਪੈਂਦਾ। ਆਪਾਂ ਕੀ ਖਾਂਦੇ ਹਾਂ ਉਸ ਦਾ ਸਾਡੇ ਮਨ 'ਤੇ ਬੜਾ ਅਸਰ ਪੈਂਦਾ। ਖਾਣ ਨਾਲ, ਸੁਣਨ ਨਾਲ, ਵੇਖਣ ਨਾਲ, ਇਹ ਸਭ ਦਾ ਫਰਕ ਪੈਂਦਾ। ਆਪਾਂ ਪੀ ਕੀ ਰਹੇ ਹਾਂ ਉਸ ਦਾ ਵੀ ਆਪਣੀ ਮੱਤ ਅਤੇ ਆਪਣੀ ਸੂਰਤ 'ਤੇ ਅਸਰ ਪੈਂਦਾ। ਆਪਾਂ ਐਵੇਂ ਦੇ ਪਦਾਰਥ ਫਿਰ ਕਿਉਂ ਖਾ ਰਹੇ ਹਾਂ ਜਿਸ ਨਾਲ ਆਪਾਂ ਨਰਕਾਂ ਦੇ ਧੱਕੇ ਖਾਣੇ? ਖਾਣ ਨਾਲ ਵੀ ਬੜਾ ਫਰਕ ਪੈਂਦਾ। ਸੰਤ ਮਸਕੀਨ ਜੀ ਕਿਹਾ ਕਰਦੇ ਸੀ ਵੀ ਇੱਕ ਵਾਰ ਇੱਕ ਸੰਤ ਮਹਾਤਮਾ ਜੀ ਕਿਸੇ ਪਿੰਡ ਵਿੱਚ ਜਾਂਦੇ ਨੇ। ਪਿੰਡ ਵਾਲਿਆਂ ਨੇ ਰਹਿਣ ਦੇ ਲਈ ਇੱਕ ਕਮਰਾ ਤੇ ਨਾਲ ਪ੍ਰਸ਼ਾਦਾ ਦੇ ਦਿੱਤਾ। ਰਾਤ ਨੂੰ ਉਹ ਸੌਂ ਗਏ ਕਿ ਜਲਦੀ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਾਂਗੇ, ਪਰ ਇੱਕਦਮ ਖਿਆਲ ਆਇਆ ਕਿਉਂ ਨਾ ਜੂਆ ਖੇਡਿਆ ਜਾਵੇ। ਖੇਡਣ ਲਈ ਤੁਰ ਪਏ। ਫਿਰ ਇੱਕਦਮ ਮਨ ਵਿੱਚ ਵਿਚਾਰ ਆਇਆ ਵੀ ਮੈਂ ਤਾਂ ਸਾਧੂ ਹਾਂ, ਇਹ ਕਿਵੇਂ ਮੇਰੇ ਮਨ ਵਿੱਚ ਖਿਆਲ ਆਇਆ? ਮੈਂ ਤਾਂ ਨਾਮ ਜਪਦਾ,
वापस आ गए। फिर हुई विचार, बाहर आ गए, समझ आ गया। बाहर ही सुते। सवेर होई, पिंड वाले आए। संत जी कहा, सच सच दसो, जिस कमरे ਵਿੱਚ ਮੈਨੂੰ ਤੁਸੀਂ ਸਵਾਇਆ ਇਹ ਪਹਿਲਾਂ ਕੀ ਸੀ? ਪਹਿਲਾਂ ਇਹ ਜੁਆਰੀ ਖਾਨਾ ਸੀ? ਸਾਰਾ ਦਿਨ ਇੱਥੇ ਲੋਕ ਕਹਿੰਦੇ ਵੀ ਖੇਡਦੇ ਹੁੰਦੇ ਸੀ ਤੇ ਉਵੇਂ ਦਾ ਹੀ ਇਹ ਵਾਤਾਵਰਨ ਹੋ ਗਿਆ। ਉਸ ਦਾ ਮਨ ਕਰਦਾ ਪਿਆ ਸੀ ਵੀ ਮੈਂ ਵੀ ਖੇਡਾਂ। ਗੁਰਦੁਆਰੇ ਦਾ ਵਾਤਾਵਰਨ ਐਵੇਂ ਦਾ ਹੋ ਜਾਂਦਾ ਵੀ ਚੋਰ ਵੀ ਆ ਕੇ ਬੈਠ ਜੇ ਨਾ ਤੇ ਉਹਦਾ ਮਨ ਵੀ ਕਰਦਾ ਵੀ ਨਾਮ ਜਪਾਂ। ਉਹ ਬਹੁਤ ਘੱਟ ਹੁੰਦੇ ਨੇ ਜਿਸ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਵਸ ਜਾਵੇ ਤਾਂ ਉੱਥੇ ਉਹ ਵਾਹਿਗੁਰੂ ਨਾਲ ਜੁੜ ਜਾਂਦੇ ਨੇ। ਪਰ ਆਪਾਂ ਅੱਜ ਆਪਣੇ ਵਾਹਿਗੁਰੂ ਨਾਲ ਹੀ ਆਪਣੀ ਤਾਰ ਤੋੜ ਕੇ ਬੈਠੇ ਹਾਂ। ਜਿੱਥੇ ਮਰਜ਼ੀ ਬੈਠ ਜਾਵੋ, ਬਸ ਵਾਹਿਗੁਰੂ ਵਾਹਿਗੁਰੂ ਤਾਂ ਕਰੋ। ਹਾਂ, ਕਿੱਥੇ ਬੈਠਦੇ ਹਾਂ, ਕਿੱਥੇ ਖਾਂਦੇ ਪੀਂਦੇ ਹਾਂ, ਇਸ ਗੱਲ ਦਾ ਵੀ ਫਰਕ ਪੈਂਦਾ। ਇਸ ਲਈ ਆਪਣਾ ਧਿਆਨ ਰੱਖੋ। ਇੱਕ ਪਿੰਡ ਵਿੱਚ ਇੱਕ ਸਾਧੂ ਆ ਕੇ ਬੈਠੇ ਤੇ ਕੋਈ ਵੀ ਉਹਨਾਂ ਕੋਲ ਨਾ ਆਇਆ ਕਿ ਅਸੀਂ ਪ੍ਰਸ਼ਾਦਾ ਹੀ ਪੁੱਛ ਲਈਏ। ਉਹ ਨਾਮ ਜਪਦੇ ਰਹੇ ਪਰ ਕੋਈ ਵੀ ਕੋਲ ਨਾ ਆਏ। ਸੰਤ ਜੀ ਨੂੰ ਸਮਝ ਆ ਗਿਆ ਕਿ ਇਸ ਪਿੰਡ ਵਿੱਚ ਕਦੇ ਵੀ ਕੋਈ ਸੰਤ ਜੀ ਆਏ ਨਹੀਂ, ਉਹਨਾਂ ਕਦੇ ਸੰਗਤ ਕੀਤੀ ਨਹੀਂ। ਇਹ ਸਾਰੇ ਜਿੰਨੇ ਬੈਠੇ ਨੇ ਪਿੰਡ ਦੇ ਲੋਕ ਨਾਸਤਿਕ ਨੇ। ਕੁਝ ਸਮੇਂ ਬਾਅਦ ਉਹਨਾਂ ਕੋਲ ਇੱਕ ਜੋੜਾ ਆਉਂਦਾ। ਉਹ ਪ੍ਰਸ਼ਾਦਾ ਲੈ ਕੇ ਆਉਂਦੇ ਨੇ। ਸੰਤ ਜੀ ਹੈਰਾਨ। ਸੰਤ ਜੀ ਪ੍ਰਸ਼ਾਦਾ ਛਕਦੇ ਨੇ ਤੇ ਉਹ ਜੋੜਾ ਰੋਜ਼ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਆਉਂਦਾ। ਸੰਤ ਜੀ ਦੇ ਮਨ ਵਿੱਚ ਆਉਂਦਾ ਹੈ ਕਿ ਪੂਰੇ ਪਿੰਡ ਵਿੱਚ ਕਦੇ ਵੀ ਕੋਈ ਨਹੀਂ ਆਇਆ, ਫਿਰ ਇਹ ਕਿਵੇਂ ਆ ਰਹੇ ਨੇ? ਜਦੋਂ ਪ੍ਰਸ਼ਾਦਾ ਲੈ ਕੇ ਆਏ ਤਾਂ ਸੰਤ ਜੀ ਕਿਹਾ, ਮੈਂ ਕੱਲ੍ਹ ਨੂੰ ਤੁਹਾਡੇ ਘਰ ਆ ਕੇ ਪ੍ਰਸ਼ਾਦਾ ਛਕਾਂਗਾ। ਉਹ ਜਾਣਨਾ ਚਾਹੁੰਦੇ ਸੀ ਕਿ ਇਸ ਦੇ ਘਰ ਜੋ ਹੈ ਉਹ ਪਿੰਡ ਦੇ ਬਾਕੀ ਘਰਾਂ ਤੋਂ ਕਿਵੇਂ ਅਲੱਗ ਹੈ। ਉਹ ਪਰਿਵਾਰ ਖੁਸ਼ ਹੋਇਆ। ਸੰਤ ਜੀ ਜਦੋਂ ਗਏ ਤਾਂ ਚੌਂਕੜੀ ਲਾ ਕੇ ਬੈਠ ਕੇ ਤੇ ਧਿਆਨ ਛੱਤ ਵੱਲ ਗਿਆ। ਜੋ ਛਤੀਰ ਲੱਗਾ ਸੀ ਨਾ, ਉਸ ਰੁੱਖ ਥੱਲੇ ਬੈਠ ਕੇ ਇੱਕ ਸੰਤ ਜੀ ਨੇ ਬਹੁਤ ਬੰਦਗੀ ਕੀਤੀ ਸੀ, ਨਾਮ ਜਪਿਆ ਸੀ। ਆਪਾਂ ਕਿੱਥੇ ਬੈਠਦੇ ਹਾਂ, ਕਿੱਥੇ ਨਾਮ ਜਪਦੇ ਹਾਂ, ਇਹਦੇ ਨਾਲ ਬਹੁਤ ਫਰਕ ਪੈਂਦਾ। ਆਪਣੇ ਘਰਾਂ ਵਿੱਚ ਸੰਗਤ ਦੇ ਚਰਨ ਪਵਾਇਆ ਕਰੋ। ਘਰ ਵਿੱਚ ਜਿੰਨੇ ਵੀ ਦੁੱਖ ਨੇ ਨਾ, ਉਹ ਸਾਰੇ ਕੱਟੇ ਜਾਣਗੇ, ਕਿਉਂਕਿ ਸੰਗਤ ਕਰਨ ਨਾਲ, ਨਾਮ ਜਪਣ ਨਾਲ ਵਾਤਾਵਰਨ ਵਿੱਚ ਵਾਹਿਗੁਰੂ ਹੁੰਦਾ ਤੇ ਉਸ ਨਾਲ ਸਾਡੇ 'ਤੇ ਅਸਰ ਹੁੰਦਾ। ਸੰਗਤ ਬੁਲਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਲਓ, ਆਪੇ ਗੁਰਬਾਣੀ ਦਾ ਪਸਾਰਾ ਹੋ ਜਾਵੇਗਾ।